ਸਤਿ ਸ਼੍ਰੀ ਅਕਾਲ, ਮੈਂ ਰਿਆਂਤੀ ਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਬੁਲਟਨ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। ਲੁਧਿਆਣਾ ਅਦਾਲਤ ਵਿੱਚ ਪੇਸ਼ ਹੋਏ ਸਿਮਰਜੀਤ ਸਿੰਘ ਬੈਂਸ ਮੁੜ ਭੇਜਿਆ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੋਰਨਾਂ ਨੂੰ 14 ਦਿਨਾਂ ਲਈ ਭੇਜਿਆ ਜੁਡੀਸ਼ੀਅਲ ਕਸਟਡੀ 'ਚ। 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ, ਆਮ ਆਦਮੀ ਪਾਰਟੀ ਨੇ ਲਿਆ ਅਹਿਮ ਫੈਸਲਾ, ਜਸਵੰਤ ਸਿਨਹਾ ਦਾ ਸਮਰਥਨ ਕਰਨ ਦਾ ਕੀਤਾ ਐਲਾਨ। ਪੰਜਾਬ ਪੁਲਿਸ ਭਰਤੀ ਦੀ ਜੁਆਇਨਿੰਗ ਨੂੰ ਲੈ ਕੇ ਪ੍ਰਦਰਸ਼ਨ, ਨੌਜਵਾਨ ਬੈਠੇ ਮਰਨ ਵਰਤ ਤੇ ਸੁਸਾਈਡ ਕਰਨ ਦੀ ਦਿੱਤੀ ਚੇਤਾਵਨੀ। ਸਿਮਰਜੀਤ ਸਿੰਘ ਮਾਨ ਦੇ ਵਿਵਾਦਿਤ ਬਿਆਨ ਤੇ ਪੱਖੀ ਸਿਆਸਤ, ਗੁਰਨਾਮ ਸਿੰਘ ਚੜੂਣੀ ਨੇ ਜਤਾਈ ਨਾਰਾਜ਼ਗੀ, ਆਪਣੇ ਸ਼ਬਦ ਵਾਪਸ ਲੈਣ ਦੀ ਕਹੀ ਗੱਲ। ਹੁਣ ਖਬਰਾਂ ਵਿਸਥਾਰ ਨਾਲ। ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਸਿਮਰਜੀਤ ਸਿੰਘ ਬੈਂਸ ਨੂੰ ਅੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ, ਜਿੱਥੇ ਕਿ ਉਹਨਾਂ ਦਾ 2 ਦਿਨਾਂ ਦਾ ਰਿਮਾਂਡ ਹੋਰ ਹਾਸਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਹੋਰ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ, ਜਿਸ ਕਰਕੇ ਉਹਨਾਂ ਨੇ ਰਿਮਾਂਡ ਦੀ ਮੰਗ ਕੀਤੀ। ਜਬਰ ਜਨਾਹ ਮਾਮਲੇ 'ਚ ਫਸੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਦੋਸ਼ੀਆਂ ਨੂੰ 2 ਦਿਨਾਂ ਦਾ ਰਿਮਾਂਡ ਖਤਮ ਹੋਣ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਪੁਲਿਸ ਦੀ ਮੰਗ ਤੇ ਸਿਮਰਜੀਤ ਬੈਂਸ ਨੂੰ ਮੁੜ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ, ਜਦਕਿ ਹੋਰਨਾਂ 4 ਮੁਲਜ਼ਮਾਂ ਨੂੰ ਜੁਡੀਸ਼ੀਅਲ ਕਸਟਡੀ ਸੈਂਟਰਲ ਜੇਲ੍ਹ ਦੇ ਵਿੱਚ 14 ਦਿਨਾਂ ਲਈ ਭੇਜ ਦਿੱਤਾ ਗਿਆ। 2 ਦਿਨ ਦਾ ਪੁਲਿਸ ਰਿਮਾਂਡ ਦੀ ਰਿਕੁਐਸਟ ਕੀਤੀ ਗਈ ਸੀ। ਕਾਫੀ ਨਵੇਂ ਤੱਥ ਸਾਹਮਣੇ ਆਏ ਸੀ ਜਿਨ੍ਹਾਂ ਦੇ ਬਿਨਾਂ ਤੇ ਪੁਲਿਸ ਰਿਮਾਂਡ ਮੰਗੀ ਗਈ ਸੀ। ਸਿਮਰਜੀਤ ਸਿੰਘ ਬੈਂਸ ਜਿਹੜੇ ਅਕਿਊਜ਼ਡ ਹੈ, ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਬਾਕੀ 4 ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ, ਸੈਂਟਰਲ ਜੇਲ੍ਹ 14 ਦਿਨਾਂ ਲਈ। ਕਿੰਨੇ ਦਿਨ ਦਾ ਮੰਗਿਆ ਗਿਆ ਸੀ ਰਿਮਾਂਡ? 2 ਦਿਨਾਂ ਦਾ ਹੀ ਮੰਗਿਆ ਗਿਆ ਸੀ ਤੇ 2 ਦਿਨਾਂ ਦਾ ਹੀ ਦਿੱਤਾ ਗਿਆ। ਜਿਹੜੇ ਹੋਰ ਬਰਾਮਦਗੀਆਂ ਜਿਹੜੀਆਂ ਹੋਰ ਪਾਈ ਹੈਗੀ, ਕਿਹੜੇ ਬੇਸਿਸ ਤੇ ਰਿਮਾਂਡ ਮੰਗਿਆ ਗਿਆ ਸੀ? ਇਹ ਤਫਤੀਸ਼ ਦੀ ਗੱਲ ਹੈ। ਇਹ ਜਦੋਂ ਮੁੱਕੂਗੀ, ਕਿਤੇ ਮੁੱਢਲੇ ਪਾਸੇ ਕਿਤੇ ਜਾਊਗੀ, ਫਿਰ ਤੁਹਾਨੂੰ ਦੱਸ ਪਾਵਾਂਗੇ। ਜਿਹੜੇ ਜੁਡੀਸ਼ੀਅਲ ਰਿਮਾਂਡ ਤੇ ਬਾਕੀ ਸਾਰਿਆਂ ਨੂੰ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਸੈਂਟਰਲ ਜੇਲ੍ਹ। ਸਰ ਤਕਰੀਰਾਂ ਕੀ ਹੋਈਆਂ ਜੀ ਅੱਜ ਖਾਸ ਤੌਰ ਤੇ? ਕੁਛ ਜਿਹੜੇ ਦੌਰਾਨ ਤਫਤੀਸ਼ ਕੁਝ ਨਵੇਂ ਮੁੱਦੇ ਜਿਹੜੇ ਸਾਹਮਣੇ ਆਏ ਹਨ, ਕੁਝ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆਏ, ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਕਿ ਬਾਕੀ ਸਟੇਟਾਂ ਤੋਂ ਜਿਹੜੇ ਇਹਨਾਂ ਤੇ ਪਰਚੇ ਕਰਾਏ ਗਏ ਆ ਤੇ ਕੰਪਲੇਂਟਸ ਦਿੱਤੀਆਂ ਗਈਆਂ, ਇਹ ਪੁਲਿਸ ਵੱਲੋਂ ਜਦ ਇਹਨਾਂ ਦੀ ਤਫਤੀਸ਼ ਕੀਤੀ ਗਈ, ਇਹ ਸਾਰੇ ਕੇਸਾਂ ਦੇ ਵਿੱਚ ਕੰਪਲੇਨੈਂਟਸ ਗੈਰ ਹਾਜ਼ਰ। ਕਿਸੇ ਇੱਕ ਕੇਸ ਦੇ ਵਿੱਚ ਵੀ ਕੰਪਲੇਨੈਂਟ ਆਪਣੀ ਦੂਜੀ ਸਟੇਟਮੈਂਟ ਵੀ ਦੇਣ ਨਹੀਂ ਆਇਆ। ਇਹ ਕਾਫੀ ਕੁਝ ਕਹਿੰਦਾ ਇਹਨਾਂ ਦੇ ਕਾਗਜ਼ੀ ਰੇਪ ਦੀ ਐਲੀਗੇਸ਼ਨਸ ਬਾਰੇ। ਹੁਣ ਜਦ ਇਹ ਚੀਜ਼ਾਂ ਹੋ ਗਈਆਂ, ਇਹ ਨਵੀਆਂ ਚੀਜ਼ਾਂ, ਇਹਦੇ ਬਿਨਾਂ ਤੇ ਰਿਮਾਂਡ ਮੰਗਿਆ ਗਿਆ ਸੀ। ਸਿਮਰਜੀਤ ਸਿੰਘ ਬੈਂਸ ਦਾ ਰਿਮਾਂਡ ਦਿੱਤਾ ਗਿਆ, ਬਾਕੀ ਨੂੰ ਜੁਡੀਸ਼ੀਅਲ ਭੇਜਿਆ। ਪਿਛਲੀ ਤਰੀਕ ਤੁਸੀਂ ਕਿਹਾ ਸਹਿਯੋਗ ਨਹੀਂ ਦੇ ਰਿਹਾ, ਕੀ ਇਸ ਵਾਰ ਸਹਿਯੋਗ ਜਿਹੜਾ ਜਾਂ ਜਾਂਚ ਦੇ ਵਿੱਚ? ਮੈਂ ਪਿਛਲੀ ਤਰੀਕ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਜੇ ਇਹਨਾਂ ਨੇ ਸਹਿਯੋਗ ਦੇਣਾ ਹੁੰਦਾ ਤਾਂ ਪਹਿਲੇ ਮੌਕੇ ਸਰੈਂਡਰ ਕਰਦੇ, ਪਹਿਲੇ ਮੌਕੇ ਸਾਰਾ ਕੁਝ ਕਰਦੇ। ਇਹਨਾਂ ਨੇ ਨਾ ਸਹਿਯੋਗ ਦੇਣਾ, ਨਾ ਕਦੇ ਦੇਣਗੇ। ਇਹ ਤਾਂ ਪੁਲਿਸ ਨੂੰ ਤਕਨੀਕੀ ਤਫਤੀਸ਼ ਕਰਨੀ ਪੈ ਰਹੀ ਹੈ ਤੇ ਉਹ ਕਰ ਰਹੇ ਹਨ। ਅਦਾਲਤ ਵਿੱਚ ਅੱਜ ਪੁਲਿਸ ਨੇ ਰਿਮਾਂਡ ਦੀ ਮੰਗ ਕਰਦੇ ਹੋਏ ਕਿਹਾ ਕਿ ਅਜੇ ਸਿਮਰਜੀਤ ਸਿੰਘ ਬੈਂਸ ਤੋਂ ਹੋਰ ਜਾਣਕਾਰੀ ਹਾਸਲ ਕਰਨੀ ਬਾਕੀ ਹੈ। ਦੱਸਦੇ ਕਿ ਸਿਮਰਜੀਤ ਬੈਂਸ ਨੇ ਬੀਤੀ 11 ਜੁਲਾਈ ਨੂੰ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇੱਕ ਵਿਧਵਾ ਔਰਤ ਦੀ ਸ਼ਿਕਾਇਤ ਤੇ ਉਸ ਨਾਲ ਜਬਰ ਜਨਾਹ ਕੀਤੇ ਜਾਣ ਅਤੇ ਹੋਰ ਧਾਰਾਵਾਂ ਤਹਿਤ ਸਿਮਰਜੀਤ ਬੈਂਸ ਦੇ ਮਾਮਲਾ ਦਰਜ ਕੀਤਾ ਗਿਆ ਸੀ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, D5 ਚੈਨਲ ਪੰਜਾਬੀ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਕਾਹਲੋਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਫੋਰਟਿਸ ਹਸਪਤਾਲ ਦੇ ਵਿੱਚ ਅੱਜ ਉਹਨਾਂ ਨੇ ਆਖਰੀ ਸਾਹ ਲਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਪੀਕਰ ਪੰਜਾਬ ਨਿਰਮਲ ਸਿੰਘ ਕਾਹਲੋਂ ਦਾ ਤੜਕੇ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਕਾਹਲੋਂ ਦਾ ਅੰਮ੍ਰਿਤਸਰ ਦੇ ਐਸਕੋਟ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਉਹਨਾਂ ਨੇ ਆਖਰੀ ਸਾਹ ਲਿਆ। ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਘਾਗ ਆਗੂ ਨਿਰਮਲ ਸਿੰਘ ਕਾਹਲੋਂ ਦੇ ਦੇਹਾਂਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਮੇਤ ਵੱਖ-ਵੱਖ ਆਗੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਨਿਰਮਲ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਤੋਂ 3 ਵਾਰ ਵਿਧਾਇਕ ਰਹੇ ਤੇ 1997 ਚ ਪੰਜਾਬ ਵਿਚਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਪੇਂਡੂ ਵਿਕਾਸ ਮੰਤਰੀ ਤੇ 2007 ਤੋਂ 2012 ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ। ਤੇ ਉੱਥੇ ਹੀ ਰਵੀ ਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਨਿਰਮਲ ਸਿੰਘ ਕਾਹਲੋਂ ਦਾ ਸੰਸਕਾਰ ਇਹ ਐਤਵਾਰ 17 ਜੁਲਾਈ ਨੂੰ 11:30 ਵਜੇ ਜੱਦੀ ਪਿੰਡ ਦਾ ਦਯੂਦ ਵਿਖੇ ਕੀਤਾ ਜਾਵੇਗਾ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਿ 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਹੋਵੇਗੀ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਜਸਵੰਤ ਸਿਨਹਾ ਨੂੰ ਸਮਰਥਨ ਕਰੇਗੀ, ਜਿਸ ਦੀ ਜਾਣਕਾਰੀ ਖੁਦ ਸੰਜੇ ਸਿੰਘ ਦੇ ਵੱਲੋਂ ਦਿੱਤੀ ਗਈ ਹੈ। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲਈ VOTING 18 ਜੁਲਾਈ ਨੂੰ ਹੋਣ ਜਾ ਰਹੀ ਹੈ। NDA ਨੇ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਧਿਰ ਨੇ ਜਸਵੰਤ ਸਿਨਹਾ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ, ਜਿਸ ਲਈ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਉਮੀਦਵਾਰ ਜਸਵੰਤ ਸਿਨਹਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ PAC ਦੀ ਮੀਟਿੰਗ ਹੋਈ। ਇਸ ਬਾਰੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਖੁਦ ਜਾਣਕਾਰੀ ਦਿੱਤੀ।
आम आदमी पार्टी के राष्ट्रीय अध्यक्ष और दिल्ली के माननीय मुख्यमंत्री अरविंद केजरीवाल जी के अध्यक्षता में पार्टी की पॉलिटिकल अफेयर्स कमेटी की मीटिंग हुई और एक मत से पॉलिटिकल अफेयर्स कमेटी ने पार्टी के राष्ट्रीय अध्यक्ष अरविंद केजरीवाल जी ने तय किया है कि इस चुनाव में महामहिम राष्ट्रपति पद के लिए जो चुनाव हो रहा है उस चुनाव में हम लोग विपक्ष के उम्मीदवार यशवंत सिन्हा जी का समर्थन करेंगे। हम द्रौपदी मुर्मू जी जो राष्ट्रपति पद की उम्मीदवार हैं उनका भी सम्मान करते हैं, उनके प्रति भी आदर है, लेकिन चुनाव में हम लोग विपक्ष के उम्मीदवार यशवंत सिन्हा जी को सपोर्ट करेंगे और सारे पार्टी के विधायक, सारे सांसदगण, सब लोग अपना वोट 18 तारीख को यशवंत सिन्हा जी को देंगे। ये फैसला राष्ट्रीय अध्यक्ष अरविंद केजरीवाल जी ने और पीएसी ने लिया है। देखिए, विपक्ष के उम्मीदवार के तौर पे यशवंत सिन्हा जी हैं और आज विस्तृत चर्चा के बाद ये निर्णय लिया गया कि हम लोग विपक्ष के उम्मीदवार को सपोर्ट करेंगे, जिनको तमाम अपोजिशन पार्टी सपोर्ट कर रही हैं। तो इस आधार पर हमने निर्णय लिया। ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ 24 ਜੁਲਾਈ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਵਿੱਚ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ 10 ਮੈਂਬਰ ਨੇ, ਜਦਕਿ ਪੰਜਾਬ ਦੇ ਵਿੱਚ 92 ਵਿਧਾਇਕ ਨੇ। ਇਸ ਤੋਂ ਇਲਾਵਾ ਦਿੱਲੀ ਦੇ ਵਿੱਚ 62 ਅਤੇ ਗੋਆ ਦੇ ਵਿੱਚ 2 ਵਿਧਾਇਕ ਨੇ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਗੱਲ ਕਰਾਂਗੇ ਸੰਗਰੂਰ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਲਗਾਤਾਰ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਉਹ ਨੌਜਵਾਨ ਨੇ ਜੋ ਕਿ ਲਗਾਤਾਰ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਜੁਆਇਨਿੰਗ ਦੀ ਮੰਗ ਕਰ ਰਹੇ ਨੇ, ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ, ਪਰ ਅੱਜ ਉਹ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਜਿਸ ਕਰਕੇ ਉਹਨਾਂ ਨੇ ਸੁਸਾਈਡ ਕਰਨ ਦੀ ਚੇਤਾਵਨੀ ਵੀ ਪੰਜਾਬ ਸਰਕਾਰ ਨੂੰ ਦਿੱਤੀ ਹੈ। ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ 2 ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨੌਜਵਾਨ ਨੇ ਜ਼ਹਿਰੀਲੀ ਸਪਰੇਅ ਪੀ ਲਈ, ਜਦਕਿ ਦੂਜੇ ਨੇ ਧਰਨੇ ਵਾਲੀ ਥਾਂ ਤੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਸਪਰੇਅ ਦਾ ਸੇਵਨ ਕਰਨ ਵਾਲੇ ਨੌਜਵਾਨ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਫਾਹਾ ਲਗਾਉਣ ਵਾਲੇ ਨੌਜਵਾਨ ਨੂੰ ਵੀ ਹੋਰ ਸਾਥੀਆਂ ਨੇ ਮੌਕੇ ਤੇ ਬਚਾ ਲਿਆ। ਇਹ ਨੌਜਵਾਨ ਪੁਲਿਸ ਭਰਤੀ ਲਈ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਨੇ। 2006-17 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀ। ਇਸ ਦੌਰਾਨ ਨੌਜਵਾਨਾਂ ਦੇ ਸਾਰੇ ਟੈਸਟਾਂ ਤੋਂ ਬਾਅਦ ਵੈਰੀਫਿਕੇਸ਼ਨ ਵੀ ਕੀਤੀ ਗਈ। ਅਕਾਲੀ ਸਰਕਾਰ ਵੇਲੇ ਹੋਈ ਭਰਤੀ ਤੋਂ ਬਾਅਦ ਕਾਂਗਰਸ ਸਰਕਾਰ ਨੇ ਅਗਲੇ 5 ਸਾਲ ਤੱਕ ਕੋਈ ਵੀ ਗੱਲ ਨਹੀਂ ਸੁਣੀ, ਜਿਸ ਕਰਕੇ ਇਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਨੌਜਵਾਨ ਆ ਜੀ, ਇਹਦਾ ਵੱਡਾ ਸਟੈਪ ਚੱਕਣਗੇ, ਇਹ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਠੀਕ ਹੈ ਜੀ, ਹੁਣ ਇਹ ਕਹਿੰਦੇ ਵੀ ਅਸੀਂ ਜਿਉਣਾ ਨਹੀਂ ਚਾਹੁੰਦੇਗੇ, ਹਸਪੀਟਲਾਂ 'ਚ ਜਾਣਾ ਅਸੀਂ ਬਿਹਤਰ ਨਹੀਂ ਸਮਝਦੇ। ਅਸੀਂ ਕਹਿੰਦੇ ਵੀ ਸਾਡੀ ਜਿਹੜੀ ਜ਼ਿੰਦਗੀ ਆ ਵੀ ਤੜਫ ਕੇ ਵੀ ਮਰਨਾ ਹੀ ਹੈ ਜੀ, ਭੁੱਖ ਪਿਆਸ ਨਾਲ ਬੰਦਾ ਤੜਫ ਕੇ ਮਰਦਾ, ਪਰ ਅਸੀਂ ਕਹਿੰਦੇ ਵੀ ਸਾਡੀ ਇੱਕ ਝਟਕੇ ਨਹੀਂ ਜਾਨ ਨਿਕਲ ਜੇ ਅਸੀਂ ਕਹਿੰਦੇ ਵੀ ਸਾਨੂੰ ਇਹੀ ਬਿਹਤਰ ਲੱਗਦਾ ਜੀ। ਕਿਉਂਕਿ ਡਾਕਟਰ ਚੈੱਕ ਕਰ ਰਹੇ ਨੇ ਬਾਰੀ-ਬਾਰੀ, ਬੀਪੀ ਵੀ ਬਹੁਤ ਲੋ ਆ ਰਿਹਾ, ਸਟੇਬਲ ਨਹੀਂ ਹੈਗਾ, ਕਾਫੀ ਹੱਦ ਤੱਕ ਜਾਨ ਨੂੰ ਬਾਕੀ ਖਤਰਾ। ਕੋਈ ਪ੍ਰਸ਼ਾਸਨ ਨੇ ਆ ਕੇ ਕੋਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰੀ? ਪ੍ਰਸ਼ਾਸਨ ਨੂੰ ਤਾਂ ਜੀ ਇਹ ਲੱਗ ਰਿਹਾ ਵੀ ਅਸੀਂ ਸਾਰੇ ਇਹ ਮਜ਼ਾਕ ਕਰ ਰਹੇ ਹਾਂ ਜੀ, ਸਾਨੂੰ ਡਰਾਮੇਬਾਜ਼ੀ ਕਹਿੰਦੇ ਆ ਜੀ, ਸਾਨੂੰ ਵੀ ਇਹ ਡਰਾਮੇਬਾਜ਼ੀਆਂ ਕਰੀ ਜਾਂਦੇ ਆ, ਪਰ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਹੀਂ ਕੀਤੀ ਜੀ। ਪ੍ਰਸ਼ਾਸਨ ਆਰਾਮਦਾਰੀ ਨਾਲ ਬੈਠਾ ਜੀ, ਪੱਖਿਆਂ ਥੱਲੇ ਆਰਾਮਦਾਰੀ ਨਾਲ ਦਾ ਬੈਠੇ ਖੇਡੀ ਜਾਂਦੇ ਜੀ ਫੋਨਾਂ ਤੇ। ਪਰ ਇੰਨੀ ਗੱਲ ਆ ਜੀ, ਸੀਐਮ ਸਾਹਿਬ ਵੀ ਹੁਣ ਏਸੀਆਂ 'ਚ ਬੈਠੇ ਜੀ। ਅਸੀਂ ਦੇਖੋ ਇੱਥੇ ਤਾਪਦੀ ਗਰਮੀ 'ਚ ਧੁੱਪ 'ਚ 3 ਦਿਨ ਤੋਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਗਈ ਜਿਨ੍ਹਾਂ ਨੇ ਜੀ। ਹੁਣ ਤੁਸੀਂ ਇਹਨਾਂ ਦਾ ਦੇਖੋ ਜੀ ਕੀ ਹਾਲਾਤ ਆ ਜੀ। ਸੀਐਮ ਸਾਹਿਬ ਨੂੰ ਸਾਡੀ ਰਿਕੁਐਸਟ ਆ, ਉਹ ਤਾਂ ਸਾਨੂੰ ਮੋਟਰਾਂ ਤੇ ਜਾ ਕੇ ਸਾਡੇ ਨਾਲ ਦੇ ਜਿਹੜੇ ਪਿੰਡਾਂ 'ਚ ਜਾ ਕੇ ਉੱਥੇ ਕਹਿੰਦੇ ਸੀਗੇ ਵੀ ਅਸੀਂ ਐਂ ਕਰਾਂਗੇ ਜਿਉਂ ਕਰਾਂਗੇ, ਪਰ ਅੱਜ ਸੀਐਮ ਸਾਹਿਬ ਦੇ ਅਸੀਂ ਖੁਦ ਬਾਹਰ 'ਚ ਬੈਠੇ, ਸਾਨੂੰ ਸੀਐਮ ਸਾਹਿਬ ਕਿਉਂ ਨਹੀਂ ਮਿਲ ਰਹੇਗੇ ਇੱਥੇ ਆ ਕੇ। ਸਰ ਮੈਂ ਕਹਿਣਾ ਚਾਹੁੰਦੀ ਹਾਂ, ਨਾਈਟ ਦੀ ਗੱਲ ਹੈ ਕਿ ਮੈਂ ਪਾਣੀ ਲੈਣ ਗਈ ਸੀਗੀ ਔਰ ਇਹਨਾਂ ਦੀ ਇੱਕ ਮੁਲਾਜ਼ਮ ਸੀ, 3 ਸਟਾਰ ਸੀ ਉਹਨਾਂ ਦੇ, ਔਰ ਉਹਨਾਂ ਨੇ ਬਿਲਕੁਲ ਹਨੇਰਾ ਕੀਤਾ ਹੋਇਆ ਸੀਗਾ, ਲਾਈਟਾਂ ਨਹੀਂ ਜਗ ਰਹੀਆਂ ਸੀ, ਔਰ ਮੈਨੂੰ ਬੁਲਾਇਆ, ਕਹਿੰਦੇ ਤੁਸੀਂ ਇੱਥੇ ਕੀ ਕਰ ਰਹੇ ਹੋ? ਠੀਕ ਹੈ, ਤੁਸੀਂ ਡਰਾਮੇ ਕਰ ਰਹੇ ਹੋ ਇੱਥੇ, ਤੇ ਡਰਾਮੇ ਬੰਦ ਕਰੋ ਤੁਸੀਂ। ਕਹਿੰਦੇ ਸਾਡੀ ਵਰਦੀ ਦਾ ਸਵਾਲ ਹੈ। ਅਸੀਂ ਕਿਹਾ ਸਰ ਤੁਸੀਂ ਸਾਡੀ ਹਿਫਾਜ਼ਤ ਕਰਨ ਦੀ ਬਜਾਏ ਸਾਨੂੰ ਕਹਿੰਦੇ ਡਰਾਮੇ ਕਰ ਰਹੇ ਹੋ, ਅਸੀਂ ਇੰਨੇ ਦੁਖੀ ਹਾਂ, ਪਰੇਸ਼ਾਨ ਹੋ ਰਹੇ ਹਾਂ, ਸਾਡੀ ਹੈਲਪ ਕਰੋ। ਜਿਹੜੇ ਵਰਦੀ ਪਾਈ ਫਿਰਦੇ ਨੇ, ਤੁਸੀਂ ਵਰਦੀ ਪਿੱਛੇ ਲੜ ਰਹੇ ਹੋ, ਉਹ ਵੀ ਤੁਹਾਡੇ ਨਾਲ ਨਾਰਾਜ਼ ਚੱਲ ਰਹੇ? ਉਹ ਵੀ ਨਾਰਾਜ਼ ਚੱਲ ਰਹੇ ਨੇ, ਕਹਿੰਦੇ ਕੁੜੀਏ ਤੂੰ ਚੁੱਪ ਕਰ, ਤੂੰ ਕੌਣ ਹੁੰਦੀ ਹੈ ਬੋਲਣ ਵਾਲੀ? ਮੈਨੂੰ ਇਸ ਤਰ੍ਹਾਂ ਬੋਲਿਆ। ਮੈਂ ਕਿਹਾ ਪਹਿਲਾਂ ਤਾਂ ਤੂੰ ਕਹਿਣਾ ਬੰਦ ਕਰੋ, ਠੀਕ ਹੈ, ਆਪਣੇ ਰਿਸਪੈਕਟ। ਕੀ ਨੇਮ ਤੀ ਉਹ ਕੁੜੀ? ਦੱਸਿਆ ਨਹੀਂ ਸਰ, ਸਾਡੇ ਕੋਲ ਰਿਕਾਰਡਿੰਗ ਹੈਗੀ ਹੈ, ਔਰ ਰਿਕਾਰਡਿੰਗ ਦੇ ਵਿੱਚ ਸਾਰੇ ਕੇ ਨੇਮ ਪੁੱਛ ਰਹੇ ਆ, ਕਹਿੰਦੇ 1 ਘੰਟੇ ਦੀ ਡਿਊਟੀ ਹੁੰਦੀ ਹੈ, ਸਾਨੂੰ ਨਹੀਂ ਪਤਾ, ਨਹੀਂ ਮੁੱਕਰ ਰਹੇ ਆ। ਪਹਿਲੇ ਵੀ ਇਸ ਤਰ੍ਹਾਂ ਹੀ ਹੋਇਆ ਸੀ, ਮੁਲਾਜ਼ਮ ਨੇ ਪਾਣੀ ਬਾਰੇ ਰੋਕਿਆ ਸੀਗਾ, ਔਰ ਉਹਨਾਂ ਨੇ ਵੀ ਅਸੀਂ ਇਸ ਤਰ੍ਹਾਂ ਨਾਲ ਕੰਪਲੇਂਟ ਕੀਤੀ ਸੀ, ਤੇ ਉਹ ਮੁਲਾਜ਼ਮ ਅੱਜ ਸਾਨੂੰ ਪਾਣੀ ਵੀ ਭਰਨ ਦਿੰਦਾ।
ਸੋ ਦੱਸਦੇ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸੰਗਰੂਰ ਲੋਕ ਸਭਾ ਜਿਮਨੀ ਚੋਣ ਤੋਂ ਪਹਿਲਾਂ ਵੀ ਭਰੋਸਾ ਦਿੱਤਾ ਹੈ। ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਪਰੇਸ਼ਾਨ ਹੋਏ ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ। ਸੰਗਰੂਰ ਤੋਂ ਇਕਬਾਲ ਸਿੰਘ ਘੁੰਮਣ ਦੀ ਰਿਪੋਰਟ D5 ਚੈਨਲ ਪੰਜਾਬੀ। ਗੱਲ ਕਰਾਂਗੇ ਨਵੀਂ ਦਿੱਲੀ ਦੀ, ਜਿੱਥੇ ਕਿ ਸੰਸਦ ਭਵਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਭੁੱਖ ਹੜਤਾਲ ਤੇ ਨਾ ਹੀ ਉਹਨਾਂ ਦੇ ਵੱਲੋਂ ਕੋਈ ਹੋਰ ਹੜਤਾਲ ਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ, ਜਿਸ ਨੂੰ ਲੈ ਕੇ ਇਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੰਸਦ ਭਵਨ ਕੰਪਲੈਕਸ ਦੀ ਵਰਤੋਂ ਧਰਨੇ ਦੇਣ, ਪ੍ਰਦਰਸ਼ਨ ਕਰਨ, ਭੁੱਖ ਹੜਤਾਲ ਰੱਖਣ ਅਤੇ ਧਾਰਮਿਕ ਸਮਾਰੋਹ ਲਈ ਨਹੀਂ ਕੀਤੀ ਜਾ ਸਕਦੀ। ਰਾਜ ਸਭਾ ਦੇ ਸਕੱਤਰੇਤ ਨੇ ਆਪਣੇ ਇੱਕ ਬੁਲੇਟਿਨ ਦੇ ਵਿੱਚ ਇਹ ਗੱਲ ਆਖੀ ਹੈ। ਧਰਨੇ ਅਤੇ ਪ੍ਰਦਰਸ਼ਨ ਨੂੰ ਲੈ ਕੇ ਇਹ ਬੁਲੇਟਿਨ ਅਜਿਹੇ ਸਮੇਂ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ ਲੋਕ ਸਭਾ ਦੇ ਸਕੱਤਰੇਤ ਵੱਲੋਂ ਜਾਰੀ ਗੈਰ ਸੰਸਦੀ ਸ਼ਬਦਾਂ ਦੇ ਸੰਗ੍ਰਹਿ ਨੂੰ ਲੈ ਕੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀ ਨੇ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ ਸੀ। ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਸਕੱਤਰੇਤ ਨੇ ਜਾਰੀ ਬੁਲੇਟਿਨ ਦੇ ਵਿੱਚ ਕਿਹਾ ਕਿ ਮੈਂਬਰ ਸੰਸਦ ਭਵਨ ਕੰਪਲੈਕਸ ਦੇ ਅੰਦਰ ਧਰਨੇ ਨਹੀਂ ਦੇ ਸਕਦੇ, ਪ੍ਰਦਰਸ਼ਨ ਨਹੀਂ ਕਰ ਸਕਦੇ, ਹੜਤਾਲ ਅਤੇ ਭੁੱਖ ਹੜਤਾਲ ਵੀ ਨਹੀਂ ਕਰ ਸਕਦੇ। ਉਹ ਇੱਥੇ ਕੋਈ ਧਾਰਮਿਕ ਸਮਾਰੋਹ ਵੀ ਆਯੋਜਿਤ ਨਹੀਂ ਕਰ ਸਕਦੇ। ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ 'ਚ ਪਾਰਟੀ ਦੇ ਚੀਫ ਵਿਪ ਜੈਰਾਮ ਰਮੇਸ਼ ਨੇ ਸਰਕਾਰ ਤੇ ਨਿਸ਼ਾਨਾ ਵਿੰਦਿਆ ਕਿਹਾ ਕਿ ਵਿਸ਼ਵ ਗੁਰੂ ਕਾ ਤਾਜ਼ਾ ਪ੍ਰਹਾਰ ਧਰਨਾ ਮਨਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ 14 ਜੁਲਾਈ ਦਾ ਬੁਲੇਟਿਨ ਵੀ ਸਾਂਝਾ ਕੀਤਾ। ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਮੈਂਬਰਾਂ ਨੇ ਜਾਰੀ ਬੁਲੇਟਿਨ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਗੈਰ ਸੰਸਦੀ ਸ਼ਬਦਾਂ ਦੀ ਨਵੀਂ ਸੂਚੀ ਨਾਲ ਸੰਸਦੀ ਵਿਚਾਰ ਵਟਾਂਦਰੇ ਤੇ ਬੁਲਡੋਜ਼ਰ ਚਲਾਉਣ ਪਿੱਛੋਂ ਹੁਣ ਨਵਾਂ ਤੁਗਲਕੀ ਫਰਮਾਨ ਲੈ ਕੇ ਆਈ ਹੈ। ਆਜ਼ਾਦੀ ਦੇ 75ਵੇਂ ਸਾਲ ਦੇ ਵਿੱਚ ਸਰਕਾਰ ਵੱਲੋਂ ਨਵੇਂ ਤੋਂ ਨਵੇਂ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਨੇ। ਭਾਰਤ ਸਰਕਾਰ ਨੂੰ ਗੁਆਂਢੀ ਦੇਸ਼ ਸ਼੍ਰੀਲੰਕਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਸਕੱਤਰ ਨੇ ਗੈਰ ਸੰਸਦੀ ਸ਼ਬਦ 2021 ਸਰਲੇਖ ਤਹਿਤ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਨਵਾਂ ਸੰਗ੍ਰਹਿ ਤਿਆਰ ਕੀਤਾ ਹੈ, ਜਿਸ ਦੇ ਵਿੱਚ ਜੁਮਲਾ ਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੂਨੀ, ਜੈਚੰਦ, ਲੋਲੀਪੌਪ, ਚੰਡਾਲ ਚੌਂਕੜੀ, ਤਾਨਾਸ਼ਾਹ, ਭ੍ਰਿਸ਼ਟ, ਡਰਾਮਾ ਆਦਿ ਸ਼ਬਦ ਸ਼ਾਮਿਲ ਨੇ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਕਿ ਲਗਾਤਾਰ ਉਹਨਾਂ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਕਾਫੀ ਇਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਵੀ ਬਿਆਨ ਜਾਰੀ ਕਰਦੇ ਹੋਏ ਸਿਮਰਜੀਤ ਸਿੰਘ ਮਾਨ ਨੂੰ ਆਪਣੇ ਸ਼ਬਦ ਵਾਪਸ ਲੈਣ ਦੀ ਗੱਲ ਕਹੀ ਹੈ। ਸੰਗਰੂਰ ਜਿਮਨੀ ਚੋਣ ਦੇ ਵਿੱਚ ਹੁੰਜਾ ਫੇਰ ਜਿੱਤ ਹਾਸਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਦੇ ਸ਼ਹੀਦ ਭਗਤ ਸਿੰਘ ਤੇ ਹਰਿਆਣਾ ਵਾਸੀਆਂ ਲਈ ਦਿੱਤੇ ਵਿਵਾਦਿਤ ਬਿਆਨ ਤੇ ਬਵਾਲ ਤੇ ਸਵਾਲ ਖੜੇ ਹੁੰਦੇ ਵਿਖਾਈ ਦੇ ਰਹੇ ਨੇ ਅਤੇ ਹੁਣ ਇਸ ਬਿਆਨ ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਦੀ ਭਾਈਚਾਰਕ ਸਾਂਝ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਆਪਸੀ ਭਾਈਚਾਰਕ ਸਾਂਝ ਨੂੰ ਨਾ ਵਿਗਾੜੋ ਅਤੇ ਆਪਣੇ ਸ਼ਬਦ वापिस लो। साथियों, कल मान साहब ने एक बयान दिया है जिसमें भगत सिंह को उग्रवादी कहा है और हरियाणा वालों को कहा है कि आपको शर्म आनी चाहिए कि आपने पंजाबी मुख्यमंत्री बना दिया है। मैं मान साहब से अनुरोध करूंगा कि मान साहब ऐसे शब्दों का प्रयोग आप कृपया ना करें और आप अपने शब्द वापस लें। पंजाबी हमारे भाई हैं, बल्कि हम पंजाबियों को सल्यूट करते हैं। ये पाकिस्तान से आए और यहाँ आके कड़ी मेहनत की, खाली हाथ आए, तकलीफें उठाई, कितने कत्ल हुए और यहाँ पे आके कितनी कड़ी मेहनत की और आज उन्होंने तरक्की की है, तो हमें उनसे जलना नहीं चाहिए बल्कि हमें उनका सम्मान करना चाहिए। और हम सभी भाइयों का सम्मान करते हैं। हमारे पास तो बिहार से मजदूर आते हैं, हम उनका भी सम्मान करते हैं, उनको भी गले लगाते हैं। जो भी भाई आता है हम उसका सम्मान करते हैं और हमारे तो गुरुओं ने जो शिक्षा दी है, आप जो है
अमृतधारी सिख हो, हमारे गुरुओं की शिक्षा को देखिए। हमारे गुरुओं ने शिक्षा दी है, मानुष की जात सब है एक के पहचानिबो। और गुरु गोविंद सिंह जी ने यहां तक किया है कि एक ही बाटे में सबको अमृत छिका है। सब मानवता को एक जैसा उन्होंने माना है। यहां तक है कि हरमंदिर साहब की जो नींव है वो भी मुसलमान से रखवाई गई है। और हमारे तो जो गुरु रहे हैं उन्होंने यहां तक कहा है, अव्वल अल्लाह नूर उपाया, कुदरत के सब बंदे, एक नूर से सब जग उपजे, कौन पले कौन मंदे। यानी इतनी शिक्षा उन्होंने मानवता के लिए दी है और हम ऐसे शब्द बोलें तो ये अच्छा नहीं लगता, दुख हुआ है। और जहां तक शहीद भगत सिंह जी का सवाल है, उन्होंने जो किया है वो देश को आजाद कराने के लिए किया है। ਤਾਂ ਸੰਯੋਗ ਹੈ ਕਿ ਬੀਤੇ ਦਿਨ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ, ਜਿਸ ਤੋਂ ਬਾਅਦ ਲਗਾਤਾਰ ਇਸ ਦੇ ਵਿਰੋਧ ਕੀਤਾ ਜਾ ਰਿਹਾ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਪਠਾਨਕੋਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਦੇ ਵੱਲੋਂ ਬੈਂਕ ਦੇ ਵਿੱਚ ਗੋਲਡੀ ਬਰਾੜ ਦੇ ਨਾਮ ਤੇ ਖਾਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਮਾਮਲੇ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪਠਾਨਕੋਟ ਦੇ ਇੱਕ ਬੈਂਕ ਦੇ ਵਿੱਚ ਗੋਲਡੀ ਬਰਾੜ ਦੀ ਫੋਟੋ ਨਾਲ ਖਾਤਾ ਖੋਲ੍ਹਣ ਦੇ ਮਾਮਲੇ 'ਚ ਪੁਲਿਸ ਨੇ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਬੈਂਕ ਦੇ ਅੰਦਰ ਖਾਤਾ ਖੁਲਵਾਉਣ ਆਇਆ ਸੀ, ਜਦੋਂ ਕਿ ਉਸਦੇ 2 ਸਾਥੀ ਬਾਹਰ ਖੜੇ ਸਨ। ਜੋ ਬੈਂਕ ਦੇ ਵਿੱਚ ਖਾਤਾ ਖੁਲਵਾਉਣ ਲਈ ਜਦੋਂ ਉਸਨੇ ਬੈਂਕ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ ਦਿੱਤਾ ਤਾਂ ਉਸਤੇ ਗੋਲਡੀ ਬਰਾੜ ਦੀ ਫੋਟੋ ਦੇਖ ਕੇ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਖਾਤਾ ਖੁਲਵਾਉਣ ਆਏ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਕਿ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ, ਪਰ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਹਲੇ ਤੱਕ ਫਰਾਰ ਹੈ। 8 ਤਰੀਕ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ ਸਾਡੇ FIR ਨੰਬਰ 111 ਅੰਡਰ ਸੈਕਸ਼ਨ 420 417 465 447 IPC। ਜੋ ਇਹ ਪਰਚਾ ਸੀਗਾ ਯੂਨੀਅਨ ਬੈਂਕ ਆਫ ਇੰਡੀਆ ਜਿਹੜਾ ਕਿ ਢਾਂਗੂ ਰੋਡ ਤੇ ਹੈਗਾ, ਉਹਦੇ ਮੈਨੇਜਰ ਦੇ ਸਟੇਟਮੈਂਟ ਤੇ ਰਿਪੋਰਟ ਕੀਤਾ ਸੀਗਾ। ਉਹਦੇ ਮੁਤਾਬਕ ਕੋਈ ਵਕਤ ਕਰੀਬ 1 ਵਜੇ ਦੁਪਹਿਰੇ ਇੱਕ ਮੋਨਾ ਨੌਜਵਾਨ ਸੀਗਾ ਜਿਹੜਾ ਉਹਨੇ ਬੈਂਕ 'ਚ ਐਂਟਰ ਕੀਤਾ ਸੀਗਾ। ਉਹਨੇ ਬੈਂਕ ਖਾਤਾ ਖੁਲਾਉਣ ਵਾਸਤੇ ਆਪਣੇ ਜਿਹੜੇ ਡਾਕੂਮੈਂਟਸ ਪ੍ਰੋਡਿਊਸ ਕੀਤੇ ਸੀਗੇ ਤੇ ਉਹਦੇ ਵਿੱਚ ਜਿਹੜਾ ਉਹਨੇ ਪੈਨ ਕਾਰਡ ਦਿੱਤਾ ਸੀਗਾ, ਉਹਦੇ ਤੇ ਜਿਹੜੀ ਫੋਟੋ ਲੱਗੀ ਸੀਗੀ ਇੱਕ ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਦੀ ਲੱਗੀ ਸੀਗੀ। ਜੋ ਉਹ ਫੋਟੋ ਵੇਖ ਕੇ ਜਿਹੜੇ ਸੀਗੇ ਸਟਾਫ ਸੀਗਾ ਬੈਂਕ ਦਾ, ਜਿਹੜਾ ਡੀਲਿੰਗ ਹੈਂਡ ਸੀਗਾ, ਉਹ ਘਬਰਾ ਗਿਆ ਤੇ ਜਦ ਉਹਨੇ ਆਪਣੇ ਬੈਂਕ ਮੈਨੇਜਰ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਹ ਜਿਹੜਾ ਸਸਪੀਸ਼ੀਅਸ ਬੰਦਾ ਸੀਗਾ ਜਿਹੜਾ ਬੈਂਕ 'ਚ ਐਂਟਰ ਕੀਤਾ ਸੀਗਾ, ਇਹ ਮੌਕੇ ਤੋਂ ਫਰਾਰ ਹੋ ਗਿਆ ਸੀਗਾ। ਤੇ ਜਿਹਦੀ ਬਾਅਦ ਮਤਲਬ ਜਿਹੜਾ ਬੈਂਕ ਮੈਨੇਜਰ ਦੀ ਸਟੇਟਮੈਂਟ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਤੇ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਬੰਦੇ ਸੀਗੇ ਅਕਿਊਜ਼ ਸੀਗੇ, ਇਹਦੇ ਨਾਲ 2 ਬੰਦੇ ਹੋਰ ਵੀ ਸੀਗੇ ਤੇ ਇਹ ਇੱਕ ਮੋਟਰਸਾਈਕਲ 'ਤੇ ਆਏ ਸੀਗੇ। ਜਦੋਂ ਆਪਾਂ ਤਫਤੀਸ਼ ਆਪਣੀ ਜਾਰੀ ਰੱਖੀ ਤੇ ਸਾਨੂੰ ਉਹਦੇ ਬਾਰੇ ਪਤਾ ਲੱਗਾ ਤੇ ਜੋ ਅਸੀਂ ਇਹਦੇ ਵਿੱਚ 2 ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਜਿਹੜਾ ਮੋਟਰਸਾਈਕਲ ਬਰਾਮਦ ਵੀ ਅਸੀਂ ਕਰ ਲਿਆ ਜੋ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀਗਾ। ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਹੈਗਾ, ਜਿਹੜਾ ਇਹ ਗ੍ਰਿਫਤਾਰ ਕਰਨਾ ਬਾਕੀ ਹੈ, ਜਲਦ ਅਸੀਂ ਕਾਬੂ ਕਰ ਲਾਂਗੇ ਉਹਨੂੰ। ਉਹ ਜਿਹੜਾ ਬੰਦਾ ਵੀ 2-3 ਸਾਲ ਤੋਂ ਇਹ ਫੇਕ ਅਕਾਊਂਟ ਜਿਹੜੇ ਬਣਵਾ ਕੇ ਗਾਂ ਵੇਚਦਾ ਸੀਗਾ, ਸੋ ਦੈਟ ਕਿ ਇਹ ਕੋਈ ਜਿਹੜੇ ਫਰਾਡਸਟਰ ਹੁੰਦੇ ਆ ਇਹਨਾਂ ਖਾਤੇ 'ਚ ਪੈਸੇ ਪਾ ਸਕਣ। ਸਰ ਕਿੰਨਾ ਰਿਮਾਂਡ ਹੋਇਆ? ਫਿਲਹਾਲ ਆਪਾਂ ਇਹਨੂੰ ਅੱਜ ਪੇਸ਼ ਕੀਤਾ ਤੇ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਇਹਨੂੰ ਗਾਂ ਅਸੀਂ ਕੋਰਟ 'ਚ ਪੇਸ਼ ਕਰਾਂਗੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਉਸ ਮਾਸਟਰਮਾਈਂਡ ਨੂੰ ਫੜਨ ਦੇ ਵਿੱਚ ਕਦੋਂ ਤੱਕ ਕਾਮਯਾਬ ਹੁੰਦੀ ਹੈ, ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਤੇ ਇਸ ਦੇ ਨਾਲ ਹੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੋਲਡੀ ਬਰਾੜ ਕਿਸੇ ਹੋਰ ਵਾਰਦਾਤ ਦਾ ਪਲਾਨ ਬਣਾ ਰਿਹਾ ਹੋਵੇ, ਪਰ ਇਹ ਸਾਰੇ ਖੁਲਾਸੇ ਉਸ ਮਾਸਟਰਮਾਈਂਡ ਦੇ ਫੜੇ ਜਾਣ ਤੋਂ ਬਾਅਦ ਹੀ ਹੋ ਸਕਦੇ ਨੇ। ਪਠਾਨਕੋਟ ਤੋਂ ਧਰਮਿੰਦਰ ਸਿੰਘ ਦੀ ਰਿਪੋਰਟ D5 ਚੈਨਲ ਪੰਜਾਬੀ। ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਦੇ ਵਿੱਚ ਤਕਨੀਕੀ ਖੇਤਰ ਉਹ ਵਧਦਾ ਜਾ ਰਿਹਾ, ਜਿਸ ਕਰਕੇ ਉੱਥੇ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੈ। ਤੇ ਇੱਥੇ ਨਾਲ ਇਹ ਵੀ ਦੱਸਾਂਗੇ ਕਿ ਆਖਿਰ ਵਰਕ ਪਰਮਿਟ ਕੀ ਹੁੰਦਾ। ਦੇਖੋ ਇਹ ਖਾਸ ਰਿਪੋਰਟ। ਕੈਨੇਡਾ ਦਾ ਤਕਨੀਕੀ ਖੇਤਰ ਵਧ ਰਿਹਾ ਹੈ ਅਤੇ ਉਦਯੋਗ ਦੇ ਵਿਕਾਸ ਦੇ ਕੈਨੇਡੀਅਨ ਲੇਬਰ ਫੋਰਸ ਦੇ ਵਿੱਚ ਹੁਨਰਮੰਦ ਤਕਨੀਕੀ ਕਰਮਚਾਰੀਆਂ ਦੀ ਗਿਣਤੀ ਨੂੰ ਅੱਗੇ ਵਧਾਉਣ ਦੀ ਉਮੀਦ ਹੈ।
ਇਹ ਵਾਧਾ ਸਟਾਰ ਅਪਸ ਅਤੇ ਵੱਡੀਆਂ ਕੰਪਨੀਆਂ ਜਿਵੇਂ ਕਿ ਗੂਗਲ ਅਤੇ ਐਮਾਜ਼ਨ ਦੇ ਮਿਸ਼ਰਣ ਤੋਂ ਆਇਆ। ਵਧੇਰੇ ਪੈਸਾ ਨਿਵੇਸ਼ ਕਰਨ ਅਤੇ ਕੈਨੇਡਾ ਦੇ ਵਿੱਚ ਆਪਣੇ ਕਾਰੋਬਾਰਾਂ ਨੂੰ ਵਧਾਉਣ। ਇਹ ਨਿਵੇਸ਼ ਕੈਨੇਡਾ ਦੀ ਆਰਥਿਕਤਾ ਦਾ ਮੁੱਖ ਹਿੱਸਾ ਹੈ ਅਤੇ ਨਤੀਜੇ ਵਜੋਂ ਇਕੱਲੇ ਟੋਰਾਂਟੋ ਦੇ ਵਿੱਚ 250,000 ਤੋਂ ਵੱਧ ਤਕਨੀਕੀ ਕਰਮਚਾਰੀ ਨੇ। ਹੁਨਰਮੰਦ ਤਕਨੀਕੀ ਕਾਮਿਆਂ ਦੀ ਉੱਚ ਮੰਗ ਦੇ ਜਵਾਬ ਦੇ ਵਿੱਚ ਸੰਘੀ ਅਤੇ ਸੂਬਾਈ ਸਰਕਾਰਾਂ ਵਿਦੇਸ਼ਾਂ ਤੋਂ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਕਈ ਸਥਾਈ ਨਿਵਾਸ ਅਤੇ ਵਰਕ ਪਰਮਿਟ ਵਿਕਲਪ ਪੇਸ਼ ਕਰਦੀਆਂ ਨੇ। ਇਹ ਲੇਖ ਕੁਝ ਪ੍ਰਮੁੱਖ ਵਿਕਲਪਾਂ ਦੀ ਵਿਆਖਿਆ ਕਰੇਗਾ, ਭਾਵੇਂ ਤੁਸੀਂ ਖੁਦ ਇੱਕ ਰੁਜ਼ਗਾਰਦਾਤਾ ਹੋ ਜਾਂ ਤਕਨੀਕੀ ਕਰਮਚਾਰੀ ਹੋ। ਅਸਥਾਈ ਵਰਕ ਪਰਮਿਟ ਕੀ ਹੁੰਦਾ ਹੈ? ਵਿਦੇਸ਼ ਤੋਂ ਪ੍ਰਤਿਭਾ ਨੂੰ ਹਾਇਰ ਕਰਨ ਬਾਰੇ ਵਿਚਾਰ ਕਰਨ ਵਾਲੇ ਰੁਜ਼ਗਾਰਦਾਤਾ ਕੋਲ ਚੁਣਨ ਲਈ ਕਈ ਅਸਥਾਈ ਵਰਕ ਪਰਮਿਟ ਮਾਰਗ ਨੇ। ਜਦੋਂ ਹੁਨਰਮੰਦ ਕੈਨੇਡੀਅਨ ਤਕਨੀਕੀ ਕਾਮਿਆਂ ਦੀ ਘਾਟ ਹੁੰਦੀ ਹੈ ਤਾਂ ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਰੁਜ਼ਗਾਰਦਾਤਾਵਾਂ ਨੂੰ ਉਹਨਾਂ ਦੇ ਕਾਰੋਬਾਰ ਲਈ ਲੋੜੀਂਦੀ ਤਕਨੀਕੀ ਪ੍ਰਤਿਭਾ ਨੂੰ ਤੇਜ਼ੀ ਨਾਲ ਨਿਯੁਕਤ ਕਰਨ ਦੀ ਇਜਾਜ਼ਤ ਦੇਣਾ ਹੁੰਦਾ ਹੈ। ਗਲੋਬਲ ਟੈਲੈਂਟ ਸਟ੍ਰੀਮ ਇਹ ਕੀ ਹੁੰਦਾ ਹੈ? ਗਲੋਬਲ ਟੈਲੈਂਟ ਸਟ੍ਰੀਮ ਤਕਨੀਕੀ ਖੇਤਰ ਦੇ ਵਿੱਚ ਇੱਕ ਪ੍ਰਮੁੱਖ ਵਿਕਲਪ ਹੈ। ਇਹ ਕੈਨੇਡਾ ਦੇ ਤਕਨੀਕੀ ਉਦਯੋਗ ਦੇ ਵਾਧੇ ਦੀ ਸਹੂਲਤ ਲਈ ਬਣਾਇਆ ਗਿਆ ਸੀ ਅਤੇ ਸੰਭਾਵੀ ਕਰਮਚਾਰੀਆਂ ਦੁਆਰਾ ਅੰਤਿਮ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ 2 ਹਫ਼ਤਿਆਂ ਦੇ ਪ੍ਰੋਸੈਸਿੰਗ ਸਟੈਂਡਰਡ ਨੂੰ ਪ੍ਰਾਪਤ ਕਰਨਾ ਹੈ। ਇਹ ਮਾਰਗ ਇੱਕ ਸਥਾਈ ਵਰਕ ਪਰਮਿਟ ਵਜੋਂ ਕੰਮ ਕਰਦਾ ਅਤੇ ਉਨ੍ਹਾਂ ਕਰਮਚਾਰੀਆਂ ਲਈ ਇੱਕ ਸਟੈਪਿੰਗ ਸਟੋਨ ਵਜੋਂ ਵਰਤਿਆ ਜਾ ਸਕਦਾ ਜੋ ਸਥਾਈ ਨਿਵਾਸ ਲਈ ਯੋਗ ਹੋਣਾ ਚਾਹੁੰਦੇ ਨੇ। ਇਸ ਨੂੰ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ ਅਤੇ ਨੌਕਰੀ ਤੇ ਰੱਖਣ ਤੋਂ ਪਹਿਲਾਂ ਰੁਜ਼ਗਾਰਦਾਤਾਵਾਂ ਨੂੰ ਯੋਗ ਬਣਨ ਲਈ ਪਹਿਲਾਂ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਤੋਂ ਇੱਕ ਨਿਰਪੱਖ ਜਾਂ ਸਕਾਰਾਤਮਕ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ। ESDC ਮੁਲਾਂਕਣ ਕਰਦਾ ਹੈ ਕਿ ਕੈਨੇਡਾ ਤੋਂ ਬਾਹਰਲੇ ਕਾਮਿਆਂ ਨੂੰ ਨੌਕਰੀ ਤੇ ਰੱਖਣ ਦਾ ਕੈਨੇਡਾ ਦੇ ਲੇਬਰ ਮਾਰਕੀਟ ਤੇ ਸਕਾਰਾਤਮਕ, ਨਿਰਪੱਖ ਜਾਂ ਨਕਾਰਾਤਮਕ ਪ੍ਰਭਾਵ ਪਵੇਗਾ। ਲੇਬਰ ਮਾਰਕੀਟ ਲਾਭ ਯੋਜਨਾ ਰੁਜ਼ਗਾਰਦਾਤਾਵਾਂ ਨੂੰ EDSC ਨੂੰ ਲੇਬਰ ਮਾਰਕੀਟ ਬੈਨੀਫਿਟ ਪਲਾਨ ਵੀ ਜਮ੍ਹਾਂ ਕਰਵਾਉਣਾ ਚਾਹੀਦਾ, ਜੋ ਇਹ ਦੱਸਦਾ ਹੈ ਕਿ ਲੰਮੇ ਸਮੇਂ ਵਿੱਚ ਕੈਨੇਡਾ ਦੀ ਲੇਬਰ ਮਾਰਕੀਟ ਨੂੰ ਲਾਭ ਪਹੁੰਚਾਉਣ ਲਈ ਕਿਵੇਂ ਵਚਨਬੱਧ ਹੋਣਗੇ। ਫੋਕਸ ਸ਼੍ਰੇਣੀ ਦੇ ਆਧਾਰ ਤੇ ਵੱਖਰਾ ਹੁੰਦਾ ਹੈ। ਇੱਕ ਸ਼੍ਰੇਣੀ A ਯੋਜਨਾ ਦੇ ਵਿੱਚ ਇਹ ਦੱਸਣਾ ਚਾਹੀਦਾ ਕਿ GTS ਦੁਆਰਾ ਨੌਕਰੀ ਤੇ ਰੱਖਣ ਨਾਲ ਕੈਨੇਡੀਅਨ ਅਤੇ ਸਥਾਈ ਨਿਵਾਸੀਆਂ ਲਈ ਨੌਕਰੀ ਦੀ ਰਚਨਾ ਨੂੰ ਕਿਵੇਂ ਲਾਭ ਹੋਵੇਗਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਖਬਰ ਖੇਡ ਜਗਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਖਿਡਾਰੀ ਹਰਭਜਨ ਸਿੰਘ ਭੱਜੀ ਮੁੜ ਤੋਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਉਤਰਦੇ ਨਜ਼ਰ ਆ ਰਹੇ ਨੇ ਅਤੇ ਉਹ ਲੀਜੈਂਡਰਸ ਕ੍ਰਿਕਟ ਦੇ ਮੈਦਾਨ ਦੇ ਵਿੱਚ ਉਹ ਖੇਡਦੇ ਨਜ਼ਰ ਆਉਣਗੇ। ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਮੈਦਾਨ ਦੇ ਵਿੱਚ ਵਾਪਸੀ ਕਰਦੇ ਹੋਏ ਸਤੰਬਰ ਦੇ ਵਿੱਚ ਲੀਜੈਂਡਰਸ ਕ੍ਰਿਕਟਰ ਲੀਗ ਦੇ ਦੂਜੇ ਸੀਜ਼ਨ ਦੇ ਵਿੱਚ ਖੇਡਣਗੇ। ਉਹਨਾਂ ਤੋਂ ਇਲਾਵਾ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੂਸਫ ਪਠਾਨ, ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਡਲੀ, ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥਈਆ ਮੁਰਲੀਧਰਨ ਤੇ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਵੀ ਇਸ ਦੇ ਵਿੱਚ ਖੇਡਣਗੇ। ਲੀਗ ਦੇ ਦੂਜੇ ਸੀਜ਼ਨ ਦੇ ਵਿੱਚ 4 ਟੀਮਾਂ ਤੇ 110 ਸਾਬਕਾ ਕ੍ਰਿਕਟਰ ਭਾਗ ਲੈਣਗੇ। ਹਰਭਜਨ ਨੇ ਕਿਹਾ ਕਿ ਮੈਂ ਮੈਦਾਨ ਤੇ ਵਾਪਸੀ ਕਰਨ ਨੂੰ ਲੈ ਕੇ ਰੋਮਾਂਚਿਤ ਹਾਂ। ਇਸ ਵਿਚਾਲੇ ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਲੈਂਡਰ ਸਿਮਸ ਤੇ ਦਿਨੇਸ਼ ਰਾਮਦੀਨ ਵੀ ਆਉਣ ਵਾਲੇ ਸੀਜ਼ਨ ਲਈ ਪਲੇਅਰਜ਼ ਡਰਾਫਟ ਦੇ ਵਿੱਚ ਸ਼ਾਮਲ ਹੋ ਗਏ ਨੇ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। ਲੁਧਿਆਣਾ ਅਦਾਲਤ ਵਿੱਚ ਪੇਸ਼ ਹੋਏ ਸਿਮਰਜੀਤ ਸਿੰਘ ਬੈਂਸ ਮੁੜ ਭੇਜਿਆ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੋਰਨਾਂ ਨੂੰ 14 ਦਿਨਾਂ ਲਈ ਭੇਜਿਆ ਜੁਡੀਸ਼ੀਅਲ ਕਸਟਡੀ 'ਚ। 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ, ਆਮ ਆਦਮੀ ਪਾਰਟੀ ਨੇ ਲਿਆ ਅਹਿਮ ਫੈਸਲਾ, ਜਸਵੰਤ ਸਿਨਹਾ ਦਾ ਸਮਰਥਨ ਕਰਨ ਦਾ ਕੀਤਾ ਐਲਾਨ। ਪੰਜਾਬ ਪੁਲਿਸ ਭਰਤੀ ਦੀ ਜੁਆਇਨਿੰਗ ਨੂੰ ਲੈ ਕੇ ਪ੍ਰਦਰਸ਼ਨ, ਨੌਜਵਾਨ ਬੈਠੇ ਮਰਨ ਵਰਤ ਤੇ ਸੁਸਾਈਡ ਕਰਨ ਦੀ ਦਿੱਤੀ ਚੇਤਾਵਨੀ। ਸਿਮਰਜੀਤ ਸਿੰਘ ਮਾਨ ਦੇ ਵਿਵਾਦਿਤ ਬਿਆਨ ਤੇ ਪੱਖੀ ਸਿਆਸਤ, ਗੁਰਨਾਮ ਸਿੰਘ ਚੜੂਣੀ ਨੇ ਜਤਾਈ ਨਾਰਾਜ਼ਗੀ, ਆਪਣੇ ਸ਼ਬਦ ਵਾਪਸ ਲੈਣ ਦੀ ਕਹੀ ਗੱਲ। ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਤੇ ਤਾਜ਼ੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।